ਓਮ ਸ਼ਾਂਤੀ। ਅੱਜ ਪਿਆਰੇ ਬਾਬਾ ਦੇ 9/1/2021 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਬੇਹੱਦ ਦੇ ਬਾਪ ਨੂੰ ਯਾਦ ਕਰਨਾ ਇਹ ਹੈ ਗੁਪਤ ਗੱਲ। ਯਾਦ ਨਾਲ ਯਾਦ ਮਿਲਦੀ ਹੈ। ਜੋ ਯਾਦ ਨਹੀਂ ਕਰਦੇ ਉਹਨਾਂ ਨੂੰ ਬਾਪ ਵੀ ਕਿਵੇਂ ਯਾਦ ਕਰਨ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਸੰਗਮ ਯੁਗ ਤੇ ਤੁਸੀਂ ਬੱਚੇ ਕਿਹੜੀ ਪੜ੍ਹਾਈ ਪੜ੍ਹਦੇ ਹੋ ਜੋ ਸਾਰਾ ਕਲਪ ਨਹੀਂ ਪੜ੍ਹਾਈ ਜਾਂਦੀ। ਸੰਗਮ ਯੁਗ ਤੇ ਤੁਸੀਂ ਬੱਚੇ ਕਿਹੜੀ ਪੜ੍ਹਾਈ ਪੜ੍ਹਦੇ ਹੋ ਜੋ ਸਾਰਾ ਕਲਪ ਨਹੀਂ ਪੜ੍ਹਾਈ ਜਾਂਦੀ। ਉੱਤਰ ਹੈ, ਜਿਉਂਦੇ ਜੀ ਸਰੀਰ ਤੋਂ ਨਿਆਰਾ ਅਰਥਾਤ ਮੁਰਦਾ ਹੋਣ ਦੀ ਪੜ੍ਹਾਈ ਤੁਸੀਂ ਹੁਣ ਪੜ੍ਹਦੇ ਹੋ, ਕਿਉਂਕਿ ਤੁਸੀਂ ਕਰਮਾਤੀਤ ਬਣਨਾ ਹੈ। ਬਾਕੀ ਜਦੋਂ ਤੱਕ ਸਰੀਰ ਵਿੱਚ ਹੋ ਉਦੋਂ ਤੱਕ ਕਰਮ ਤਾਂ ਕਰਨਾ ਹੀ ਹੈ। ਮਨ ਵੀ ਅਮਨ ਉਸ ਸਮੇਂ ਹੋਵੇ ਜਦੋਂ ਸਰੀਰ ਨਾ ਹੋਵੇ। ਇਸ ਲਈ ਮਨ ਜੀਤੇ ਜਗਤ ਜੀਤ ਨਹੀਂ, ਪਰੰਤੂ ਮਾਇਆ ਜੀਤੇ ਜਗਤ ਜੀਤ। ਓਮ ਸ਼ਾਂਤੀ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਕਿਉਂਕਿ ਇਹ ਤਾਂ ਬੱਚੇ ਸਮਝਦੇ ਹਨ, ਬੇਸਮਝ ਨੂੰ ਹੀ ਪੜ੍ਹਾਇਆ ਜਾਂਦਾ ਹੈ। ਹੁਣ ਬੇਹੱਦ ਦਾ ਬਾਪ, ਉੱਚੇ ਤੇ ਉੱਚਾ ਭਗਵਾਨ ਆਉਂਦੇ ਹਨ, ਕਿਸ ਨੂੰ ਪੜ੍ਹਾਉਂਦੇ ਹੋਣਗੇ। ਜ਼ਰੂਰ ਜੋ ਉੱਚੇ ਤੇ ਉੱਚੇ ਬਿਲਕੁਲ ਬੇਸਮਝ ਹੋਣਗੇ। ਇਸੇ ਲਈ ਕਿਹਾ ਵੀ ਜਾਂਦਾ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਵਿਪਰੀਤ ਬੁੱਧੀ ਕਿਉਂ ਹੋ ਗਏ ਹਨ? 84 ਲੱਖ ਯੋਨੀਆਂ ਲਿਖਿਆ ਹੋਇਆ ਹੈ ਨਾ, ਤਾਂ ਬਾਪ ਨੂੰ ਵੀ 84 ਲੱਖ ਜਨਮਾਂ ਵਿੱਚ ਲੈ ਆਏ ਹਨ। ਉਹ ਕਹਿੰਦੇ ਹਨ, ਪਰਮਾਤਮਾ ਕੁੱਤੇ, ਬਿੱਲੀ, ਜੀਵ ਜੰਤੂ ਸਾਰਿਆਂ ਵਿੱਚ ਹੈ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਇਹ ਤਾਂ ਸੈਕਿੰਡ ਨੰਬਰ ਪੁਆਇੰਟ ਦੇਣੀ ਹੈ। ਬਾਬਾ ਨੇ ਸਮਝਾਇਆ, ਜਦੋਂ ਕੋਈ ਨਵਾਂ ਆਉਂਦਾ ਹੈ ਤਾਂ ਪਹਿਲਾਂ ਉਸ ਨੂੰ ਹੱਦ ਦੇ ਅਤੇ ਬੇਹੱਦ ਦੀ ਪਹਿਚਾਣ ਦੇਣੀ ਹੈ, ਤਾਂ ਕਿ ਜੋ ਇਹ ਗਲਤ ਫਹਿਮੀ ਹੈ ਕਿ ਪਰਮਾਤਮਾ ਸਰਵਿਆਪੀ ਹੈ, ਕੁੱਤੇ ਬਿੱਲੀ ਸਭ ਵਿੱਚ ਹੈ, ਇਹ ਕਲੀਅਰ ਹੋ ਜਾਵੇ। ਬਾਬਾ ਕਹਿ ਰਹੇ, ਉਹ ਬੇਹੱਦ ਦਾ ਬੜਾ ਬਾਬਾ ਅਤੇ ਇਹ ਹੱਦ ਦਾ ਛੋਟਾ ਬਾਬਾ। ਬੇਹੱਦ ਦਾ ਬਾਪ ਮਾਨਾ ਹੀ ਬੇਹੱਦ ਆਤਮਾਵਾਂ ਦਾ ਬਾਪ। ਉਹ ਹੱਦ ਦਾ ਬਾਪ, ਬਾਬਾ ਕਹਿੰਦੇ ਉਹ ਹੱਦ ਦਾ ਬਾਪ ਜੀਵ ਆਤਮਾ ਦਾ ਬਾਪ ਹੋ ਗਿਆ। ਉਹ ਹੈ ਸਾਰੀਆਂ ਆਤਮਾ ਦਾ ਬਾਪ। ਸ਼ਿਵ ਬਾਬਾ ਹੈ ਸਾਰੀਆਂ ਆਤਮਾਵਾਂ ਦਾ ਪਿਤਾ। ਇਹ ਨੌਲੇਜ ਤਾਂ ਸਾਰਿਆਂ ਨੂੰ ਇੱਕ ਰਸ ਧਾਰਨ ਨਹੀਂ ਹੁੰਦੀ। ਕੋਈ 1% ਧਾਰਨ ਕਰਦੇ ਹਨ ਅਤੇ ਕੋਈ 95% ਧਾਰਨ ਕਰਦੇ ਹਨ। ਇਹ ਤਾਂ ਸਮਝ ਦੀ ਗੱਲ ਹੈ ਨਾ। ਸੂਰਜਵੰਸ਼ੀ ਘਰਾਣਾ ਹੋਵੇਗਾ ਨਾ, ਰਾਜਾ ਰਾਣੀ ਤਥਾ ਪ੍ਰਜਾ, ਇਹ ਬੁੱਧੀ ਵਿੱਚ ਆਉਂਦਾ ਹੈ ਨਾ। ਪ੍ਰਜਾ ਵਿੱਚ ਸਭ ਪ੍ਰਕਾਰ ਦੇ ਮਨੁੱਸ਼ ਹੁੰਦੇ ਹਨ। ਪ੍ਰਜਾ ਮਨਾ ਪ੍ਰਜਾ। ਬਾਪ ਸਮਝਾਉਂਦੇ ਹਨ, ਇਹ ਪੜ੍ਹਾਈ ਹੈ। ਆਪਣੀ ਬੁੱਧੀ ਅਨੁਸਾਰ ਹਰ ਇੱਕ ਪੜ੍ਹਦੇ ਹਨ। ਹਰ ਇੱਕ ਨੂੰ ਆਪਣਾ ਆਪਣਾ ਪਾਰਟ ਮਿਲਿਆ ਹੋਇਆ ਹੈ। ਜਿਸਨੇ ਕਲਪ ਪਹਿਲਾਂ ਜਿੰਨੀ ਪੜ੍ਹਾਈ ਧਾਰਨ ਕੀਤੀ ਹੈ, ਓਨੀ ਹੁਣ ਵੀ ਧਾਰਨ ਕਰਦੇ ਹਨ। ਪੜ੍ਹਾਈ ਕਦੇ ਵੀ ਛਿਪੀ ਨਹੀਂ ਰਹਿ ਸਕਦੀ, ਲੁਕ ਨਹੀਂ ਸਕਦੀ। ਪੜ੍ਹਾਈ ਅਨੁਸਾਰ ਹੀ ਪਦ ਮਿਲਦਾ ਹੈ। ਬਾਬਾ ਨੇ ਸਮਝਾਇਆ ਹੈ, ਅੱਗੇ ਚੱਲ ਕੇ ਇਮਤਿਹਾਨ ਤਾਂ ਹੁੰਦਾ ਹੀ ਹੈ। ਬਿਗਰ ਇਮਤਿਹਾਨ ਟ੍ਰਾਂਸਫਰ ਤਾਂ ਹੋ ਨਹੀਂ ਸਕਦੇ। ਅੰਤ ਵਿੱਚ ਸਭ ਪਤਾ ਲੱਗ ਜਾਵੇਗਾ। ਬਲਕਿ ਹੁਣ ਵੀ ਤੁਸੀਂ ਸਮਝ ਸਕਦੇ ਹੋ ਕਿ ਕਿਸ ਪਦ ਦੇ ਅਸੀਂ ਲਾਇਕ ਹਾਂ। ਬੇਸ਼ੱਕ ਸ਼ਰਮ ਦੇ ਮਾਰੇ ਸਭ ਦੇ ਨਾਲ ਹੱਥ ਉਠਾ ਲੈਂਦੇ ਹਾਂ। ਮਤਲਬ ਬਾਬਾ ਪੁੱਛਦੇ ਆ, ਲక్ష్ਮੀ ਨਾਰਾਇਣ ਬਣੋਗੇ, ਬਾਬਾ ਕੁਝ ਵੀ ਪੁੱਛਦੇ ਆ ਤਾਂ ਬਾਬਾ ਕਹਿ ਰਹੇ, ਕਈ ਬੱਚੇ ਸ਼ਰਮ ਦੇ ਮਾਰੇ ਦੂਸਰਿਆਂ ਨਾਲ ਹੱਥ ਉਠਾ ਲੈਂਦੇ ਹਨ। ਦਿਲ ਵਿੱਚ ਸਮਝਦੇ ਵੀ ਹਨ ਕਿ ਅਸੀਂ ਇਹ ਕਿਵੇਂ ਬਣਾਂਗੇ,
ਤਾਂ ਵੀ ਹੱਥ ਉਠਾ ਲੈਂਦੇ ਹਨ। ਸਮਝਦੇ ਹੋਏ ਵੀ ਫੇਰ ਹੱਥ ਉਠਾ ਲੈਣਾ, ਇਹ ਤਾਂ ਅਗਿਆਨ ਕਹਾਂਗੇ ਨਾ। ਕਿੰਨਾ ਅਗਿਆਨ ਹੈ। ਬਾਪ ਤਾਂ ਝਟ ਸਮਝ ਜਾਂਦੇ ਹਨ। ਇਸ ਨਾਲੋਂ ਤਾਂ ਉਹਨਾਂ ਸਟੂਡੈਂਟਸ ਵਿੱਚ, ਉਹਨਾਂ ਵਿਦਿਆਰਥੀਆਂ ਵਿੱਚ ਅਕਲ ਬਹੁਤ ਹੁੰਦਾ ਹੈ। ਉਹ ਸਮਝਦੇ ਹਨ ਕਿ ਅਸੀਂ ਸਕਾਲਰਸ਼ਿਪ ਲੈਣ ਦੇ ਲਾਇਕ ਨਹੀਂ ਹਾਂ, ਪਾਸ ਨਹੀਂ ਹੋਵਾਂਗਾ। ਇਸ ਤੋਂ ਤਾਂ ਉਹ ਅਗਿਆਨੀ ਹੀ ਅੱਛੇ ਜੋ ਸਮਝਦੇ ਹਨ ਕਿ ਟੀਚਰ ਜੋ ਪੜ੍ਹਾਉਂਦੇ ਹਨ ਉਸ ਵਿੱਚ ਅਸੀਂ ਕਿੰਨੇ ਨੰਬਰ ਲਵਾਂਗੇ। ਇਸ ਤਰ੍ਹਾਂ ਥੋੜ੍ਹੀ ਕਹਾਂਗੇ ਕਿ ਅਸੀਂ ਪਾਸ ਵਿਦ ਆਨਰ ਹੋ ਜਾਵਾਂਗੇ। ਤਾਂ ਸਿੱਧ ਹੁੰਦਾ ਹੈ ਇੱਥੇ ਇੰਨੀ ਬੁੱਧੀ ਵੀ ਨਹੀਂ ਹੈ। ਕਿਉਂ ਬਾਬਾ ਕਹਿ ਰਹੇ ਇੰਨੀ ਬੁੱਧੀ ਵੀ ਨਹੀਂ ਹੈ? ਕਿਉਂਕਿ ਦੇਹ ਅਭਿਮਾਨ ਬਹੁਤ ਹੈ। ਜਦੋਂ ਤੁਸੀਂ ਆਏ ਹੋ ਇਹ ਲక్ష్ਮੀ ਨਾਰਾਇਣ ਬਣਨ ਦੇ ਲਈ, ਤਾਂ ਚਲਨ ਵੀ ਬਹੁਤ ਵਧੀਆ ਹੋਣੀ ਚਾਹੀਦੀ ਹੈ। ਬਾਬਾ ਕਹਿੰਦੇ ਹਨ ਕੋਈ ਤਾਂ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਨ, ਕਿਉਂਕਿ ਕਾਇਦੇ ਸਿਰ ਬਾਪ ਨਾਲ ਪ੍ਰੀਤ ਨਹੀਂ, ਤਾਂ ਕੀ ਹਾਲ ਹੋਵੇਗਾ? ਉੱਚਾ ਪਦ ਤਾਂ ਨਹੀਂ ਪਾ ਸਕਣਗੇ ਨਾ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਵਿਨਾਸ਼ ਕਾਲੇ ਵਿਪਰੀਤ ਬੁੱਧੀ ਦਾ ਅਰਥ ਕੀ ਹੈ। ਬੱਚੇ ਹੀ ਪੂਰਾ ਨਹੀਂ ਸਮਝ ਸਕਦੇ ਤਾਂ ਫਿਰ ਹੋਰ ਕੌਣ ਸਮਝਣਗੇ? ਬਾਬਾ ਕਹਿੰਦੇ ਜੋ ਬੱਚੇ ਸਮਝਦੇ ਹਨ ਕਿ ਅਸੀਂ ਸ਼ਿਵ ਬਾਬਾ ਦੇ ਬੱਚੇ ਹਾਂ, ਉਹੀ ਪੂਰਾ ਅਰਥ ਨਹੀਂ ਸਮਝਦੇ। ਬਾਪ ਨੂੰ ਯਾਦ ਕਰਨਾ ਇਹ ਤਾਂ ਗੁਪਤ ਗੱਲ ਹੈ ਨਾ। ਪੜ੍ਹਾਈ ਤਾਂ ਗੁਪਤ ਨਹੀਂ ਹੈ। ਪੜ੍ਹਾਈ ਵਿੱਚ ਨੰਬਰਵਾਰ ਹਨ। ਸਭ ਇੱਕੋ ਵਰਗਾ ਨਹੀਂ ਪੜ੍ਹਨਗੇ। ਬਾਪ ਤਾਂ ਸਮਝਦੇ ਹਨ ਕਿ ਹੁਣ ਇਹ ਹਜੇ ਬੇਬੀ ਹਨ। ਬੇਬੀਜ਼ ਮਨਾ ਔਰ ਛੋਟੇ ਬੱਚੇ ਹੀ ਹਨ। ਇਸ ਤਰ੍ਹਾਂ ਬੇਹੱਦ ਦੇ ਬਾਪ ਨੂੰ 3-3, 4-4 ਮਹੀਨੇ ਯਾਦ ਵੀ ਨਹੀਂ ਕਰਦੇ। ਪਤਾ ਕਿਵੇਂ ਲੱਗੇ ਕਿ ਯਾਦ ਕਰਦੇ ਹਨ? ਜਦ ਕਿ ਉਹਨਾਂ ਦੀ ਚਿੱਠੀ ਆਵੇ। ਫਿਰ ਉਸ ਚਿੱਠੀ ਵਿੱਚ ਸਰਵਿਸ ਸਮਾਚਾਰ ਵੀ ਹੋਵੇ ਕਿ ਇਹ ਰੂਹਾਨੀ ਸਰਵਿਸ ਕਰਦਾ ਹਾਂ। ਸਬੂਤ ਚਾਹੀਦਾ ਹੈ ਨਾ। ਇਸ ਤਰ੍ਹਾਂ ਤਾਂ ਦੇਹ ਅਭਿਮਾਨੀ ਹੁੰਦੇ ਹਨ ਜੋ ਨਾ ਤਾਂ ਕਦੇ ਯਾਦ ਕਰਦੇ ਹਨ ਔਰ ਨਾ ਸਰਵਿਸ ਦਾ ਸਬੂਤ ਦਿਖਾਉਂਦੇ ਹਨ। ਕੋਈ ਤਾਂ ਸਮਾਚਾਰ ਲਿਖਦੇ ਹਨ ਬਾਬਾ ਫਲਾਣੇ ਆਏ, ਉਹਨਾਂ ਨੂੰ ਸਮਝਾਇਆ, ਤਾਂ ਬਾਪ ਵੀ ਸਮਝਦੇ ਹਨ ਬੱਚਾ ਜਿੰਦਾ ਹੈ। ਸਰਵਿਸ ਸਮਾਚਾਰ ਠੀਕ ਦਿੰਦਾ ਹੈ। ਕੋਈ ਤਾਂ 3-4 ਮਹੀਨੇ ਪੱਤਰ ਹੀ ਨਹੀਂ ਲਿਖਦੇ। ਕੋਈ ਸਮਾਚਾਰ ਹੀ ਨਹੀਂ ਤਾਂ ਸਮਝਣਗੇ ਮਰ ਗਿਆ ਜਾਂ ਬਿਮਾਰ ਹੋ ਗਿਆ। ਬਿਮਾਰ ਮਨੁੱਖ ਲਿਖ ਨਹੀਂ ਸਕਦੇ। ਇਹ ਵੀ ਕੋਈ ਲਿਖਦੇ ਹਨ। ਬਾਬਾ ਕਹਿੰਦੇ ਕਈ ਬੱਚੇ ਇਸ ਤਰ੍ਹਾਂ ਵੀ ਲਿਖਦੇ ਹਨ ਕਿ ਬਾਬਾ ਸਾਡੀ ਤਬੀਅਤ ਠੀਕ ਨਹੀਂ ਸੀ, ਇਸ ਲਈ ਪੱਤਰ ਨਹੀਂ ਲਿਖਿਆ। ਕੋਈ ਸਮਾਚਾਰ ਦਿੰਦੇ ਹੀ ਨਹੀਂ, ਨਾ ਬਿਮਾਰ ਹਾਂ ਬਾਬਾ ਕਹਿੰਦੇ ਨਾ ਦੱਸਦੇ ਹਨ। ਦੇ ਅਭਿਮਾਨ ਬਹੁਤ ਹੈ। ਫਿਰ ਵੀ ਬਾਬਾ ਕਹਿੰਦੇ ਫਿਰ ਬਾਪ ਵੀ ਕਿਸ ਨੂੰ ਯਾਦ ਕਰੇ? ਯਾਦ ਨਾਲ ਯਾਦ ਮਿਲਦੀ ਹੈ ਨਾ, ਪਰੰਤੂ ਦੇਹ ਅਭਿਮਾਨ ਹੈ। ਬਾਬਾ ਆ ਕੇ ਸਮਝਾਉਂਦੇ ਹਨ ਕਿ ਮੈਨੂੰ ਸਰਵਿਆਪੀ ਕਹੇ 84 ਲੱਖ ਯੋਨੀਆਂ ਤੋਂ ਵੀ ਜ਼ਿਆਦਾ ਯੋਨੀਆਂ ਵਿੱਚ ਲੈ ਗਏ। ਮਨੁੱਖ ਨੂੰ ਕਿਹਾ ਜਾਂਦਾ ਹੈ ਪੱਥਰ ਬੁੱਧੀ। ਭਗਵਾਨ ਦੇ ਲਈ ਵੀ ਫਿਰ ਕਹਿ ਦਿੰਦੇ ਪੱਥਰ ਪਿੱਤਰ ਵਿੱਚ ਵਿਰਾਜਮਾਨ ਹੈ। ਤਾਂ ਇਹ ਬੇਹੱਦ ਦੀਆਂ ਗਾਲੀਆਂ ਹੋਈਆਂ ਨਾ। ਇਸ ਲਈ ਬਾਪ ਕਹਿੰਦੇ ਹਨ ਕਿ ਮੇਰੀ ਕਿੰਨੀ ਗਲਾਨੀ ਕਰਦੇ ਹਨ। ਹੁਣ ਤੁਸੀਂ ਤਾਂ ਨੰਬਰਵਾਰ ਸਮਝ ਗਏ ਹੋ ਨਾ। ਬਾਪ ਬੈਠ ਸਮਝਾਉਂਦੇ ਹਨ ਕਿ ਮੈਂ ਕਿਵੇਂ ਆਉਂਦਾ ਹਾਂ। ਸਾਰੀਆਂ ਆਤਮਾਵਾਂ ਉੱਥੇ ਪਰਮ ਧਾਮ ਵਿੱਚ ਰਹਿੰਦੀਆਂ ਹਨ। ਇਹ ਗੱਲਾਂ ਬਾਹਰ ਵਾਲਾ ਤਾਂ ਕੋਈ ਵੀ ਸਮਝ ਨਹੀਂ ਸਕਦਾ। ਭਾਸ਼ਾ ਵੀ ਬਹੁਤ ਸਹਿਜ ਹੈ। ਗੀਤਾ ਵਿੱਚ ਸ੍ਰੀ ਕ੍ਰਿਸ਼ਨ ਦਾ ਨਾਮ ਪਾ ਦਿੱਤਾ। ਹੁਣ ਕ੍ਰਿਸ਼ਨ ਤਾਂ ਗੀਤਾ ਸੁਣਾਉਂਦੇ ਨਹੀਂ। ਉਹ ਤਾਂ ਸਾਰਿਆਂ ਨੂੰ ਕਹਿ ਨਾ ਸਕੇ ਕਿ ਮਾਮੇਕਮ ਯਾਦ ਕਰੋ। ਦੇਹਧਾਰੀ ਦੀ ਯਾਦ ਨਾਲ ਤਾਂ ਪਾਪ ਕੱਟਦੇ ਹੀ ਨਹੀਂ। ਕ੍ਰਿਸ਼ਨ ਭਗਵਾਨ ਵਾਚ ਦੇਹ ਸਹਿਤ ਦੇਹ ਦੇ ਸਭ ਸੰਬੰਧ ਛੱਡ ਮਾਮੇਕਮ ਯਾਦ ਕਰੋ। ਪਰੰਤੂ ਦੇਹ ਦੇ ਸੰਬੰਧ ਤਾਂ ਕ੍ਰਿਸ਼ਨ ਨੂੰ ਵੀ ਹਨ। ਔਰ ਫਿਰ ਉਹ ਤਾਂ ਛੋਟਾ ਬੱਚਾ ਹੈ ਨਾ। ਇਹ ਵੀ ਕਿੰਨੀ ਵੱਡੀ ਭੁੱਲ ਹੈ।
ਕਿੰਨਾ ਫਰਕ ਪੈ ਜਾਂਦਾ ਹੈ ਇੱਕ ਭੁੱਲ ਦੇ ਕਾਰਨ। ਪਰਮਾਤਮਾ ਨੂੰ ਸਰਵਿਆਪੀ ਤਾਂ ਨਹੀਂ ਕਹਿ ਸਕਦੇ ਨਾ, ਜਿਸ ਦੇ ਲਈ ਕਹਿੰਦੇ ਹਨ ਸਰਬ ਦਾ ਸਦਗਤੀ ਦਾਤਾ ਹੈ, ਤਾਂ ਕੀ ਉਹ ਦੁਰਗਤੀ ਨੂੰ ਪਾਉਂਦੇ ਹਨ? ਪਰਮਾਤਮਾ ਕਦੇ ਦੁਰਗਤੀ ਨੂੰ ਪਾਉਂਦਾ ਹੈ ਕਿ? ਇਹ ਸਾਰੀਆਂ ਵਿਚਾਰ ਸਾਗਰ ਮੰਥਨ ਕਰਨ ਦੀਆਂ ਗੱਲਾਂ ਹਨ। ਟਾਈਮ ਵੇਸਟ ਕਰਨ ਦੀ, ਮਨਾ ਸਮੇਂ ਨੂੰ ਬਰਬਾਦ ਕਰਨ ਦੀ ਕੋਈ ਗੱਲ ਨਹੀਂ ਹੈ। ਮਨੁੱਖ ਤਾਂ ਕਹਿ ਦਿੰਦੇ ਸਾਨੂੰ ਫੁਰਸਤ ਨਹੀਂ ਹੈ। ਤੁਸੀਂ ਸਮਝਦੇ ਹੋ ਕਿ ਆ ਕੇ ਕੋਰਸ ਲਓ ਤਾਂ ਕਹਿੰਦੇ ਫੁਰਸਤ ਨਹੀਂ। 2 ਦਿਨ ਆਉਣਗੇ, ਫਿਰ 4 ਦਿਨ ਨਹੀਂ ਆਉਣਗੇ। ਪੜਨਗੇ ਨਹੀਂ ਤਾਂ ਇਹ ਲక్ష్ਮੀ ਨਾਰਾਇਣ ਕਿਵੇਂ ਬਣ ਸਕਦੇ ਹਨ? ਮਾਇਆ ਦਾ ਕਿੰਨਾ ਫੋਰਸ ਹੈ। ਬਾਬਾ ਸਮਝਾਉਂਦੇ ਹਨ, ਜੋ ਸੈਕਿੰਡ, ਜੋ ਮਿੰਟ ਪਾਸ ਹੁੰਦਾ ਹੈ ਉਹ ਹੂਬਹੂ ਰਿਪੀਟ ਹੁੰਦਾ ਹੈ। ਤਾਂ ਇੱਕ ਇੱਕ ਗੱਲ ਚੰਗੀ ਤਰ੍ਹਾਂ ਧਾਰਨ ਕਰਨੀ ਚਾਹੀਦੀ ਹੈ। ਜੋ ਕੋਈ ਵੀ ਆਵੇ ਤਾਂ ਸੁਣ ਕੇ ਹੈਰਾਨ ਹੋਵੇ। ਕੋਈ ਤਾਂ ਵੰਡਰ ਖਾਂਦੇ ਵੀ ਹਨ, ਪਰੰਤੂ ਫਿਰ ਉਹਨਾਂ ਨੂੰ ਫੁਰਸਤ ਨਹੀਂ ਰਹਿੰਦੀ ਜੋ ਪੁਰਸ਼ਾਰਥ ਕਰਨ। ਫਿਰ ਸੁਣਦੇ ਹਨ ਪਵਿੱਤਰ ਰਹਿਣਾ ਹੈ। ਇਹ ਕਾਮ ਵਿਕਾਰ ਹੀ ਹੈ ਜੋ ਮਨੁੱਖਾਂ ਨੂੰ ਪਤਿਤ ਬਣਾਉਂਦਾ ਹੈ। ਇਸ ਨੂੰ ਜਿੱਤਣ ਨਾਲ ਹੀ ਜਗਤ ਜੀਤ ਬਣੋਗੇ। ਬਾਬਾ ਨੇ ਕਿਹਾ ਹੈ ਕਾਮ ਵਿਕਾਰ ਜਗਤ ਜੀਤ ਬਣੋ, ਕਾਮ ਵਿਕਾਰ ਜੀਤ ਜਗਤ ਜੀਤ ਬਣੋ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ, ਸਰੀਰ ਤੋਂ ਨਿਆਰੀ ਆਤਮਾ ਹਾਂ। ਜਿਉਂਦੇ ਜੀ ਇਸ ਸਰੀਰ ਵਿੱਚ ਰਹਿੰਦੇ ਜਿਵੇਂ ਮੁਰਦਾ। ਇਸ ਸਥਿਤੀ ਦੇ ਅਭਿਆਸ ਦੁਆਰਾ ਕਰਮਾਤੀਤ ਅਵਸਥਾ ਬਣਾਉਣੀ ਹੈ। ਦੂਸਰਾ, ਸਰਵਿਸ ਦਾ ਸਬੂਤ ਦੇਣਾ ਹੈ। ਦੇਹ ਭਾਨ ਨੂੰ ਛੱਡ ਕੇ ਆਪਣਾ ਸੱਚਾ ਸਮਾਚਾਰ ਦੇਣਾ ਹੈ। ਪਾਸ ਵਿਦ ਆਨਰ ਹੋਣ ਦਾ ਪੁਰਸ਼ਾਰਥ ਕਰਨਾ ਹੈ। ਵਰਦਾਨ ਹੈ, ਸਰਵ ਖਾਤੇ ਅਤੇ ਰਿਸ਼ਤੇ ਇੱਕ ਬਾਪ ਨਾਲ ਰੱਖਣ ਵਾਲੇ ਡਬਲ ਲਾਈਟ ਫਰਿਸ਼ਤਾ ਭਵ। ਡਬਲ ਲਾਈਟ ਫਰਿਸ਼ਤਾ ਬਣਨ ਦੇ ਲਈ ਦੇਹ ਦੇ ਭਾਨ ਤੋਂ ਵੀ ਪਰੇ ਰਹੋ, ਕਿਉਂਕਿ ਦੇਹ ਭਾਨ ਮਿੱਟੀ ਹੈ। ਯਦि ਇਸ ਦਾ ਵੀ ਬੋਝ ਹੈ ਤਾਂ ਭਾਰੀਪਣ ਹੈ। ਫਰਿਸ਼ਤਾ ਅਰਥਾਤ ਆਪਣੀ ਦੇਹ ਦੇ ਨਾਲ ਵੀ ਰਿਸ਼ਤਾ ਨਹੀਂ। ਬਾਪ ਦਾ ਦਿੱਤਾ ਹੁਆ ਤਨ ਵੀ ਬਾਪ ਨੂੰ ਦੇ ਦਿੱਤਾ। ਆਪਣੀ ਵਸਤੂ ਦੂਸਰੇ ਨੂੰ ਦੇ ਦਿੱਤੀ ਤਾਂ ਆਪਣਾ ਰਿਸ਼ਤਾ ਖਤਮ ਹੋ ਗਿਆ ਨਾ। ਸਭ ਹਿਸਾਬ ਕਿਤਾਬ, ਸਭ ਲੈਣ ਦੇਣ ਬਾਪ ਨਾਲ, ਬਾਕੀ ਸਾਰੇ ਪਿਛਲੇ ਖਾਤੇ ਅਤੇ ਰਿਸ਼ਤੇ ਖਤਮ। ਇਸ ਤਰ੍ਹਾਂ ਸੰਪੂਰਨ ਬੇਗਰ ਹੀ ਲਾਈਟ, ਡਬਲ ਲਾਈਟ ਫਰਿਸ਼ਤੇ ਹਨ। ਅੱਛਾ ਸਲੋਗਨ ਹੈ, ਆਪਣੀ ਵਿਸ਼ੇਸ਼ਤਾ ਨੂੰ ਪ੍ਰਯੋਗ ਵਿੱਚ ਲਿਆਓ ਤਾਂ ਹਰ ਕਦਮ ਵਿੱਚ ਪ੍ਰਗਤੀ ਦਾ ਅਨੁਭਵ ਕਰੋਗੇ। ਓਮ ਸ਼ਾਂਤੀ।